आमो सामने प्रोग्राम जगतार सिंह सिद्धू लो दर्शकों सत श्री अकाल स्वागत है। आज साडे नाल हन अमरिंदर सिंह श्रोमणी गुरुद्वारा प्रबंधक कमेटी के साबका मैंबर, सिख पंथ की एक जानी पहचानी हस्ती। सुभाविक है कि इन्हां पंथक मुद्दों पर आपां करांगे गलबात। अमरिंदर जी साडे पैनल के चैनल से साडी बेनती प्रवान करके आए हो, बड़े शॉर्ट नोट्स से धन्नवाद तुहाडा। जी आयां नूं। धन्यवाद जी, बहुत बहुत सिद्धू साहब। वाहिगुरू जी का खालसा, वाहिगुरू जी की फतेह। अमरिंदर जी जदों आपां पंजाब का जिक्र करते हैं तो पंथक मुद्दे की गल आउंदी है। श्रोमणी गुरुद्वारा प्रबंधक कमेटी दी आम चोणां आपां सारे जानते हैं। गुरुद्वारा कमीशन के जिहड़े चेयरमैन है उन्हां वालों नोटिस जारी किया गया पंजाब दे लई कि वोटर सूचियां च सदाई की जाए। खैर ये तो गुरुद्वारा कमीशन का काम है, पर मैं तुहाडे कोलों जिहड़ा पंथक सवाल ये लै रहा जो श्रोमणी गुरुद्वारा प्रबंधक कमेटी दी चोणां हुण आ रही हैं, जिहड़ी हुण तक कई दहाकिਆਂ तो काबज़ ते आ रही है, अकाली दल बादल जिसकी अगवाई कर रहा है, की लगता है कि वो जिहड़ी तेरा मुड़ सत्ता च आ सकती है? देखो सिद्धू साहब, सवाल तुसी बड़ा डेलीकेट सवाल पूछा है। जेकर ਆਪਾਂ SGPC ਦੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਤੇ ਮਾੜੀ ਜੀ ਜੇ ਝਾਤ ਮਾਰਦੇ ਆ ਤੇ ਆਜ਼ਾਦੀ ਤੋਂ ਬਾਅਦ ਮੈਂ ਸਮਝਦਾ ਹਾਂ ਇਹ ਪਹਿਲੀ ਚੋਣ ਹੋਏਗੀ ਜਿਹਦੇ ਵਿੱਚ ਕਦਾਵਰ ਨੇਤਾ ਜਿਹੜੇ ਅਕਾਲੀ ਦਲ ਦੇ ਕਦਾਵਰ ਨੇਤਾ ਰਹੇ ਹੈਗੇ ਆ, ਜਥੇਦਾਰ ਗੁਰਚਰਨ ਸਿੰਘ ਟੌੜਾ ਹੋਣ, ਪ੍ਰਕਾਸ਼ ਸਿੰਘ ਬਾਦਲ ਹੋਣ, ਤਲਵੰਡੀ ਸਾਹਿਬ ਹੋਣ, ਹੋਰ ਇਸ ਕਤਾਰ ਦੇ ਜਿਹੜੇ ਲੀਡਰ ਹੈ ਉਹ ਇਸ ਸੰਸਾਰ ਤੋਂ ਫਾਨੀ ਸੰਸਾਰ ਤੋਂ ਜਾ ਚੁੱਕੇ ਹੈ ਤੇ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਕਿੰਨਾ ਉਸ ਦੀ ਅਗਵਾਈ ਦੇ ਵਿੱਚ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਵੀ ਇਹ ਜਿਹੜੀਆਂ ਚੋਣਾਂ ਹੈਗੀਆਂ ਮੈਂ ਸਮਝਦਾ ਕਿ ਇਹਦੇ ਹੋਰ ਵੀ ਦੋ ਐਂਗਲ ਹੈਗੇ ਆ। ਸਭ ਤੋਂ ਵੱਡਾ ਐਂਗਲ ਇਹ ਹੈ ਕਿ ਜਿਹੜਾ ਅਕਾਲੀ ਦਲ ਬਾਦਲ ਹੈਗਾ, ਜਿਹੜਾ ਮਤਲਬ ਟ੍ਰੈਡੀਸ਼ਨਲੀ ਅਕਾਲੀ ਦਲ ਸੀਗਾ, ਫਿਰ ਉਹ ਬਾਅਦ ਦੇ ਵਿੱਚ ਅਕਾਲੀ ਦਲ ਬਾਦਲ ਬਣ ਗਿਆ, ਉਸ ਦਾ ਇਹ ਮੈਂ ਸਮਝਦਾ ਕਿ ਪਹਿਲੀ ਵਾਰੀ ਚੋਣ SGPC ਦੀ ਹੋ ਰਹੀ ਹੋਏਗੀ ਕਿ ਨਾ ਉਹ ਰੂਲਿੰਗ 'ਚ ਹੋਏਗਾ ਤੇ ਨਾ ਉਹ ਆਪੋਜੀਸ਼ਨ 'ਚ ਹੋਏਗਾ। ਉਹ ਮਤਲਬ ਪੋਲੀਟੀਕਲ ਸੀਨ ਦੇ ਉੱਪਰ ਬਿਲਕੁਲ ਹਾਸ਼ੀਏ ਤੇ ਹੈਗਾ ਤੇ ਆਪੋਜੀਸ਼ਨ ਦੇ ਵਿੱਚ ਵੀ ਉਹ ਨਹੀਂ ਬੈਠ ਰਿਹਾ ਵਿਧਾਨ ਸਭਾ ਦੇ ਵਿੱਚ। ਇਸ ਦੌਰ ਦੇ ਵਿੱਚ ਇਹ ਚੋਣਾਂ ਹੋ ਰਹੀਆਂ। ਇੱਕ ਤਾਂ ਇਹਦਾ ਦੂਸਰਾ ਐਂਗਲ ਇਹਦਾ ਇਹ ਹੈ। ਤੀਸਰਾ ਇਹਦਾ ਜਿਹੜਾ ਪੱਖ ਹੈਗਾ ਕਿ ਪਹਿਲੀ ਵਾਰੀ ਮੈਂ ਸਮਝਦਾ ਕਿ ਕੇਵਲ ਤੇ ਕੇਵਲ ਨਿਰੋਲ ਜਿਹੜਾ ਸਿੱਖ ਹੈ ਉਹ ਵੋਟ ਪਾਏਗਾ, ਕੇਸਾਧਾਰੀ ਸਿੱਖ ਵੋਟ ਪਾਏਗਾ। ਇਹਦੇ ਵਿੱਚ ਸਹਿਜਧਾਰੀ ਦੀ ਵੋਟ ਜਿਹੜੀ ਉਹ ਨਹੀਂ ਪਏਗੀ ਤੇ ਕੇਸਾਧਾਰੀ ਦੀ ਵੋਟ ਹੀ ਹੋਏਗੀ। ਤੇ ਉਹ ਕੇਸਾਧਾਰੀ ਜਿਹੜਾ ਹੈਗਾ ਉਹ ਪੰਥ ਨੂੰ ਕੀ ਡਾਇਰੈਕਸ਼ਨ ਦੇਗਾ ਇਹ ਮਤਲਬ ਸਮਾਂ ਦੱਸੇਗਾ। ਦੋਨਾਂ ਵੱਡੇ ਮੁੱਦਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਆ, ਇਹਨਾਂ ਤੇ ਮੇਰਾ ਬਣਦਾ ਕਿ ਦੋਨਾਂ ਮੁੱਦਿਆਂ ਤੇ ਮੈਂ ਸਵਾਲ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਪਹਿਲੀ ਇਲੈਕਸ਼ਨ ਹੈ ਜਦੋਂ ਕਦਾਵਰ ਟਕਸਾਲੀ ਅਕਾਲੀ ਆਗੂ ਪਿਛਲੇ ਸਮਿਆਂ 'ਚ ਜਿਹੜੇ ਅਗਵਾਈ ਕਰਦੇ ਰਹੇ ਆ, ਵੱਖ-ਵੱਖ ਆਗੂ, ਟੌੜਾ ਸਾਹਿਬ, ਬਾਦਲ ਸਾਹਿਬ, ਦੂਜੇ ਆਗੂ, ਉਹ ਇਹ ਦੁਨੀਆ 'ਚ ਸੰਸਾਰ 'ਚ ਨਹੀਂ ਰਹੇ। ਪਰ ਹੁਣ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੇ ਵਿੱਚ ਜਿਹੜੀ ਇਸ ਵੇਲੇ ਮੌਜੂਦਾ ਹਾਕਮ ਧਿਰ ਉਹਦੀ ਅਗਵਾਈ ਕਰ ਰਿਹਾ ਸੁਖਬੀਰ ਸਿੰਘ ਬਾਦਲ। ਇਹ ਚੁਣੌਤੀ ਨੂੰ ਲੱਗਦਾ ਹੈ ਕਿ ਵੱਡੀ ਚੁਣੌਤੀ ਹੈ। SGPC ਇਲੈਕਸ਼ਨ ਅਸੀਂ ਬਿੰਗੇ ਜਰਨਲਿਸਟ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਕਹਿੰਦੇ ਹਾਂ ਕਿ ਮਿੰਨੀ ਪਾਰਲੀਮੈਂਟ ਹੈ। ਮਿੰਨੀ ਪਾਰਲੀਮੈਂਟ ਦੀ ਜਦੋਂ ਚੋਣ ਆ ਰਹੀ ਹੈ ਕਿ ਜਿਹੜੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਹੈ ਇਹ ਚੁਣੌਤੀ ਦਾ ਸਾਹਮਣਾ ਕਰ ਸਕੇਗੀ ਇਹ ਚੋਣ ਦਾ? ਦੇਖੋ ਸਿੱਧੂ ਸਾਹਿਬ, ਸੁਖਬੀਰ ਬਾਦਲ ਦੇ ਜਿਵੇਂ ਤੁਹਾਨੂੰ ਮੈਂ ਅਕਾਲੀ ਦਲ ਬਾਦਲ ਦੀ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਕਿ ਬਈ ਕੱਦਾਵਰ ਲੀਡਰ ਨਹੀਂ ਹੈ ਕਿ ਕੇਵਲ ਨਿਰੋਲ ਕੇਸਾਧਾਰੀ ਦੀ ਵੋਟ ਪਏਗੀ। ਫਿਰ ਉਹ ਜਿਹੜਾ ਹੈਗਾ ਅਕਾਲੀ ਦਲ ਜਿਹੜਾ ਹੈਗਾ ਨਾ ਉਹ ਰੂਲਿੰਗ 'ਚ ਨਾ ਉਹ ਆਪੋਜੀਸ਼ਨ 'ਚ, ਉਹ ਬਿਲਕੁਲ ਹਾਸ਼ੀਏ 'ਤੇ ਵਿਧਾਨ ਸਭਾ ਦੇ ਵਿੱਚ ਪੋਲੀਟੀਕਲ ਸੀਨ ਦੇ ਉੱਪਰ ਉਹ ਬਿਲਕੁਲ ਨੈਗਲੀਜੀਬਲ ਉਹਦੇ ਕੋਲ ਸਟਰੈਂਥ ਹੈਗੀ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਮੈਂ ਸਮਝਦਾ ਕਿ ਪਹਿਲੀ ਵਾਰੀ ਹੀ ਇਹ ਚੋਣ ਹੋਏਗੀ ਜਦੋਂ ਕਿ ਅਕਾਲੀ ਦਲ ਇਸ ਦਾਗ ਦੇ ਨਾਲ ਚੋਣ ਲੜੇਗਾ ਕਿ ਬਰਗਾੜੀ ਬਾਈਬਲ ਕਲਾਂ ਦਾ ਜਿਹੜਾ ਬੇਅਦਬੀ ਵਾਲਾ ਮਸਲਾ ਉਹਦੇ 'ਤੇ ਉਹਨਾਂ ਦੀ ਕੋਰਟ ਦੇ ਵਿੱਚ ਆਵਾਜ਼ ਪੈ ਰਹੀ ਹੋਏਗੀ ਕਿ ਸੁਖਬੀਰ ਬਾਦਲ ਹਾਜ਼ਰ ਹੋ ਤੇ ਮੁਕੱਦਮਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਸ਼ਮੂਲੀਅਤ ਦਾ ਜਾਂ ਉਸ ਨੂੰ ਕਰਵਾਉਣ ਦਾ ਜਾਂ ਉਦੋਂ ਕਨਸਪੀਰੇਸੀ ਜਿਹੜੀ ਹੈਗੀ। ਸੋ ਇਹਨਾਂ ਮਤਲਬ ਐਲੀਗੇਸ਼ਨਸ ਨੂੰ ਦੇਖਦੇ ਹੋਏ ਕਿਵੇਂ ਪਬਲਿਕ ਇਹਨਾਂ ਨੂੰ ਮਤਲਬ ਕਰੇਗੀ, ਇਹ ਜਾ ਵੀ ਪਾਣਗੇ ਕਿ ਨਹੀਂ ਜਾ ਪਾਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਇਹ ਵੀ ਵੱਡਾ ਸਵਾਲ ਤੁਸੀਂ ਅਮਰਿੰਦਰ ਜੀ ਲੈ ਰਹੇ ਹੋ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਪਹਿਲੀ ਇਲੈਕਸ਼ਨ ਦੀ ਗੱਲ ਕਰ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਆ ਰਹੀਆਂ। ਕੀ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੋਈ ਸਾਰਿਆਂ ਲਈ ਬੜੀ ਪੀੜਾ ਕਹਿ ਤੇ ਸਹਿ ਹੈ, ਇਹ ਮੁੱਦਾ ਬਣੇਗਾ ਇਹਨਾਂ ਚੋਣਾਂ ਦੇ ਅੰਦਰ?
ਬਿਲਕੁਲ ਸਿੱਧੂ ਸਾਹਿਬ, ਜੇ ਅਕਾਲੀ ਦਲ ਬਾਦਲ ਦੇ ਫੈਸਲਾ ਕਰਦਾ ਕਿ ਅਸੀਂ ਇਹ ਚੋਣ ਲੜਾਂਗੇ ਤੇ ਇੱਕ ਪਾਸੇ ਅਕਾਲੀ ਦਲ ਬਾਦਲ ਜਿਹੜਾ ਬੇਅਦਬੀ ਦੇ ਇਲਜ਼ਾਮ ਨੂੰ ਲੈ ਕੇ ਖੜਾ ਹੋਏਗਾ ਤੇ ਉਹਦੇ ਆਪੋਜੀਸ਼ਨ ਦੇ ਵਿੱਚ ਜਿੰਨੀਆਂ ਵੀ ਧਿਰਾਂ ਹੋਣਗੀਆਂ, ਚਾਹੇ 1 ਹੋਏ 2 ਹੋਏ 3 ਹੋਏ, ਉਹ ਉਸ ਨੂੰ ਇਸ ਇਸ਼ੂ ਦੇ ਉੱਪਰ ਟਾਰਗੇਟ ਕਰਨਗੀਆਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਖੀ ਹੈ। ਰਾਮ ਰਹੀਮ ਦਾ ਜਿਹੜਾ ਇਸ਼ੂ ਹੈਗਾ, ਹੋਰ ਜਿਹੜੇ ਐਲੀਗੇਸ਼ਨਸ ਹੈਗੇ ਆ ਉਹ ਛੋਟੇ ਐਲੀਗੇਸ਼ਨਸ ਤਾਂ ਭਾਵੇਂ ਆਪਾਂ ਉਹਨਾਂ ਨੂੰ ਇਗਨੋਰ ਵੀ ਛੋਟੇ ਨਹੀਂ ਮੰਨੇ ਜਾ ਸਕਦੇ ਕਿਉਂਕਿ ਗੁਰੂ ਘਰ ਦੀ ਮਰਿਆਦਾ ਦਾ ਸਵਾਲ ਹੈ, ਲੇਕਿਨ ਇਹ ਇੱਕ ਵੱਡੇ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਨੂੰ ਬੜਾ ਫੇਸ ਕਰਨਾ ਔਖਾ ਹੋ ਜਾਏਗਾ। ਬਿਲਕੁਲ ਤੁਸੀਂ ਕਹਿ ਰਹੇ ਜਿੱਦਾਂ ਦੀ ਸਥਿਤੀ ਬਣੀ ਵੀ ਉਹਦੇ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ, ਪਰ ਉਹਨਾਂ ਮੁਸ਼ਕਿਲਾਂ ਦੇ ਚੱਲਦਾ ਹੀ ਜਿੱਦਾਂ ਹੁਣ ਆਪਾਂ ਇਸ ਮੁੱਦੇ 'ਤੇ ਗੱਲਬਾਤ ਕਰ ਰਹੇ ਜਿਹੜੇ ਮੌਜੂਦਾ ਇਸ ਵੇਲੇ SGPC ਦੇ ਪ੍ਰਧਾਨ ਹੈ ਧਾਮੀ ਜੀ, ਉਹ ਅੱਜ ਹੀ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਏ ਹੈ। ਮੁੱਦਾ ਉਹਨਾਂ ਨੂੰ ਮੇਰੀ ਜਾਣਕਾਰੀ ਮੁਤਾਬਕ ਇਹ ਉਠਾਇਆ ਗਿਆ ਕਿ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪ੍ਰਬੰਧ ਹੈ ਕੌਮੀ ਪੱਧਰ 'ਤੇ ਜਿਹੜਾ ਹੈਗਾ ਸਾਰੇ ਦੇਸ਼ ਦੇ ਅੰਦਰ ਉਹ SGPC ਦੇ ਅਧਿਕਾਰ ਖੇਤਰ 'ਚ ਲਿਆਂਦੇ ਜਾਣ। ਕੀ ਲੱਗਦਾ ਕਿ ਇੱਦਾਂ ਦੇ ਮੁੱਦਿਆਂ ਦੇ ਨਾਲ ਲੀਡਰਸ਼ਿਪ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਵੱਡੇ ਸਵਾਲ ਉਠਾ ਰਹੀ ਹੈ ਹੁਣ? ਦੇਖੋ ਸਿੱਧੂ ਸਾਹਿਬ, ਮੈਂ ਸਮਝਦਾ ਕਿ ਬਹੁਤ ਲੇਟ ਹੋ ਚੁੱਕਿਆ, ਇਹ ਬਹੁਤ ਲੇਟ ਹੋ ਗਏ ਹੈ। ਜਦੋਂ ਹਰਿਆਣਾ ਗੁਰਦੁਆਰਾ ਬੋਰਡ ਬਣਿਆ ਹੈ ਉਸ ਵੇਲੇ ਇਹ ਨਹੀਂ ਬੋਲੇ, ਉਦੋਂ ਇਹਨਾਂ ਨੂੰ ਪਹੁੰਚ ਕਰਨੀ ਚਾਹੀਦੀ ਸੀ ਦਿੱਲੀ ਦੇ ਕੋਲ ਜਾ ਕੇ, ਉਦੋਂ ਇਹ ਨਹੀਂ ਗਏ, ਕੋਰਟਾਂ ਦੇ ਵਿੱਚ ਹੀ ਘੁੰਮਦੇ ਰਹੇ। ਤੇ ਜਦੋਂ ਕਿ ਉਦੋਂ ਇਹਨਾਂ ਦਾ ਅਲਾਇੰਸ ਵੀ ਸੀਗਾ, ਲੇਕਿਨ ਉਦੋਂ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਨੂੰ ਹੱਲ ਕਰਾ ਸਕਦੇ ਸੀ, ਇਹ ਨਹੀਂ ਕਰਾਏ, ਉਹ ਵਕਤ ਇਹਨਾਂ ਨੇ ਖੁੰਝਾ ਦਿੱਤਾ ਹੈ। ਤੇ ਹੁਣ ਇਹ ਮੈਂ ਸਮਝਦਾ ਕਿ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹਦੇ ਕੋਲੋਂ ਕੋਈ ਪ੍ਰੋਟੈਕਸ਼ਨ ਲੈਣ ਲਈ ਭਾਵੇਂ ਧਾਮੀ ਸਾਹਿਬ ਗਏ ਹੋਣ, ਨਹੀਂ ਤਾਂ ਆਲ ਇੰਡੀਆ ਗੁਰਦੁਆਰਾ ਐਕਟ ਦਾ ਜੇ ਬੜਾ ਲੰਬਾ ਪ੍ਰੋਸੀਜਰ ਹੈ ਜੇ ਉਸ ਨੂੰ ਬਣਾਉਣਾ ਹੋਵੇ, ਤੇ ਉਹ ਮੈਂ ਨਹੀਂ ਸਮਝਦਾ ਕਿ ਕਿਉਂ ਇਹ ਮਤਲਬ ਉਹਦੇ ਲਈ ਉਹ ਕਰ ਰਹੇ ਆ, ਕਿਉਂਕਿ ਜੇ ਇਲੈਕਸ਼ਨਾਂ ਵਾਕਈ ਹਕੀਕਤ ਦੇ ਵਿੱਚ ਹੋਣ ਜਾ ਰਹੀਆਂ ਤੇ ਇਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਹੈ ਕਿ ਬਈ ਇਹ ਉਸ ਚੀਜ਼ ਨੂੰ ਪ੍ਰੈਸ ਕਰਨ, ਕਿਉਂਕਿ ਆਲ ਇੰਡੀਆ ਲੈਵਲ ਦੀ ਗੱਲ ਕਰਦੇ ਹਾਂ ਬਹੁਤ ਵੱਡਾ ਮੁੱਦਾ ਹੈ। ਜਦੋਂ ਆਪਾਂ SGPC ਚੋਣਾਂ ਨਾਲ ਪੋਲੀਟੀਕਲ ਲੈਵਲ ਦੀ ਤੁਸੀਂ ਗੱਲ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਇਹ ਵੀ ਹਮੇਸ਼ਾ ਰਿਹਾ ਅਮਰਿੰਦਰ ਜੀ, ਜਿਹੜੀਆਂ ਪੋਲੀਟੀਕਲ ਧਿਰਾਂ ਹੁੰਦੀਆਂ ਪੰਜਾਬ ਦੇ ਅੰਦਰ ਹਮੇਸ਼ਾ ਕੋਸ਼ਿਸ਼ ਹੈ ਕਾਮਯਾਬ ਹੋਣ ਚਾਹੇ ਨਾ ਹੋਣ, ਉਹ ਕੋਸ਼ਿਸ਼ ਕਰਦੀਆਂ ਰਹੀਆਂ ਕਿ ਜਦੋਂ SGPC ਦੀ ਚੋਣ ਹੁੰਦੀ, ਜਦੋਂ ਖੈਰ ਅਕਾਲੀ ਦਲ ਹੋਵੇ, ਅਕਾਲੀ ਦਲ ਤਾਂ ਕਹਿੰਦੇ ਕਿ ਸਾਡਾ ਜਨਮ ਸਿੱਧ ਅਧਿਕਾਰ ਹੀ ਆ, ਉਹ ਤਾਂ ਕਹਿੰਦੇ ਅਸੀਂ ਪੰਥਕ ਪਾਰਟੀ ਹਾਂ ਤੇ ਅਸੀਂ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਕਾਰਵਾਈ ਕਰਾਂਗੇ। ਪਰ ਦੂਜੀਆਂ ਧਿਰਾਂ ਵੀ ਆਪਾਂ ਜਾਣਦੇ ਹਾਂ, ਕੈਪਟਨ ਅਮਰਿੰਦਰ ਵੀ ਜਦੋਂ ਸੱਤਾ ਸੀ ਤਾਂ ਉਹਨੇ ਵੀ ਕੋਸ਼ਿਸ਼ ਕੀਤੀ ਕਿਸੇ ਨਾ ਕਿਸੇ ਤਰੀਕੇ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿ SGPC 'ਤੇ ਕਬਜ਼ਾ ਕੀਤਾ ਜਾਏ। ਹੁਣ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੰਨੀ ਸਧਾਰਨ ਗੱਲ ਤਾਂ ਹੈ ਨਹੀਂ, ਚੁੱਪ ਕਰਕੇ ਬੈਠਣ ਵਾਲੇ ਤਾਂ ਇਹ ਵੀ ਨਹੀਂ ਲੱਗਦੇ। ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਬੇਸ਼ੱਕ ਸਿੱਧੇ ਤੌਰ 'ਤੇ ਸਰਕਾਰ ਇਸ ਤਰ੍ਹਾਂ ਦਖਲ ਜਾਂ ਕਾਰਵਾਈ ਨਹੀਂ ਕਰੇਗੀ, ਉਹ ਕਿਸੇ ਨੂੰ ਠੀਕ ਵੀ ਨਹੀਂ ਲੱਗੇਗਾ, ਪਰ ਇਹ ਵੀ ਨਹੀਂ ਹੋ ਸਕਦਾ ਕਿ ਕਿਸੇ ਵੱਡੀ ਧਿਰ ਦੀ ਹਮਾਇਤ ਨਾ ਕਰਨ ਜਾਂ ਕੋਈ ਏਜੰਡਾ ਨਾ ਲੈ ਕੇ ਆਉਣ ਆਮ ਆਦਮੀ ਪਾਰਟੀ? ਦੇਖੋ ਸਿੱਧੂ ਸਾਹਿਬ, ਜਿਹੜੀ ਤੁਸੀਂ SGPC ਦੀ ਇਲੈਕਸ਼ਨਾਂ ਦੇ ਵਿੱਚ ਦਖਲ ਦੀ ਗੱਲ ਕਰ ਰਹੇ ਹੋ, ਇਹ ਆਜ਼ਾਦੀ ਤੋਂ ਪਹਿਲਾਂ ਦੀ ਟੈਂਡੈਂਸੀ ਹੈਗੀ। ਬ੍ਰਿਟਿਸ਼ ਵੀ ਚਾਹੁੰਦਾ ਸੀ ਕਿ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਸਾਡੇ ਪੱਖੀ ਬੰਦਿਆਂ ਦੇ ਹੱਥ 'ਚ ਹੋਵੇ, ਤਖਤ ਸਾਹਿਬਾਨ ਦੇ ਜਿਹੜੇ ਪ੍ਰਬੰਧਕ ਹੈਗੇ ਉਹ ਸਾਡੇ ਹਿਸਾਬ ਨਾਲ ਬੈਠੇ ਹੋਣ ਤੇ ਸਾਨੂੰ ਕੋਈ ਪੋਲੀਟੀਕਲ ਚੈਲੰਜ ਉੱਥੋਂ ਨਾ ਆਵੇ। ਉਸ ਤੋਂ ਬਾਅਦ ਆਪਾਂ ਜਦੋਂ ਆਜ਼ਾਦੀ ਤੋਂ ਬਾਅਦ ਦੇਖਦੇ ਹਾਂ ਤੇ ਕਾਂਗਰਸ ਪਾਰਟੀ ਨੇ ਵੀ ਬੜੇ ਅਟੈਂਪਟਸ ਕੀਤੇ, ਪਰ ਉਸ ਵੇਲੇ ਜਿਹੜੇ ਮਤਲਬ ਕੱਦਾਵਰ ਅਕਾਲੀ ਸੀਗੇ ਉਹਨਾਂ ਦਾ ਇੱਕ ਸਮਾਜ ਦੇ ਵਿੱਚ ਬੜਾ ਇੱਜ਼ਤ ਮਾਣ ਸੀ, ਉਹਨਾਂ ਦਾ ਰੁਤਬਾ ਸੀ, ਪਬਲਿਕ ਦੇ ਵਿੱਚ ਉਹਨਾਂ ਨੂੰ ਮਤਲਬ ਬੜੀ ਸਤਿਕਾਰ ਸੀ, ਸੱਚੀ ਨਿਗਾਹ ਨਾਲ ਦੇਖਿਆ ਜਾਂਦਾ ਸੀ। ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈਗਾ ਉਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਜਿਹੜੇ ਐਲੀਗੇਸ਼ਨ ਹੈਗੇ ਆ ਉਸਨੇ ਉਸ ਨੂੰ ਬਿਲਕੁਲ ਪੋਲੀਟੀਕਲੀ ਤਾਂ ਹਾਸ਼ੀਏ 'ਤੇ ਰੱਖਿਆ ਹੀ ਹੋਇਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਇਹ ਦੁਬਾਰਾ ਆ ਕੇ ਕਹਿਣਗੇ ਕਿ ਸਾਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੁਬਾਰਾ ਦਿਓ। ਸੋ ਮੈਂ ਸਮਝਦਾ ਕਿ ਬਈ ਇਹਨਾਂ ਬੜਾ ਚੈਲੰਜਿੰਗ ਸਿਚੁਏਸ਼ਨ ਹੈਗੀ ਹੈ ਤੇ ਪਬਲਿਕ ਜਿਹੜੀ ਆ ਉਹ ਕਿੱਧਰ ਨੂੰ ਝੁਕੇਗੀ ਇਹ ਸਮਾਂ ਦੱਸੇਗਾ। ਜਿਹੜੀ ਤੁਸੀਂ ਗੱਲ ਕੀਤੀ ਆਮ ਵੀ ਭੂਮਿਕਾ ਨਿਭਾ ਸਕਦੀ ਹੈ ਆਮ ਆਦਮੀ ਪਾਰਟੀ ਦੀ, ਦੇਖੋ ਜਿਹੜੇ ਇੰਦਰਵੀਰ ਸਿੰਘ ਨਿੱਜਰ ਜਿਹੜੇ ਹੈਗੇ ਆ, ਜਿਹੜੇ ਕੈਬਨਿਟ ਮੰਤਰੀ ਜਿਹੜੇ ਬਾਹਰ ਗਏ ਆ, ਚੀਫ ਖਾਲਸਾ ਦੀਵਾਨ ਦੇ ਨਾਲ ਵੀ ਉਹ ਜੁੜੇ ਹੋਏ ਹੈਗੇ ਆ, ਇਹ ਵੀ ਹੋ ਸਕਦਾ ਕਿ ਬਈ ਉਹ ਕੋਈ ਆਪਣਾ ਪੰਥਕ ਫਰੰਟ ਨਵਾਂ ਖੜਾ ਕਰ ਲੈਣ ਤੇ ਇੱਕ ਚੈਲੰਜ ਦੇ ਸਕਣ, ਜਾਂ ਇਹ ਤਾਂ ਮੰਨਿਆ ਹੀ ਨਹੀਂ ਜਾ ਸਕਦਾ ਕਿ ਪੋਲੀਟੀਕਲ ਫੋਰਸ ਜਿਹੜੀ ਵੀ ਰੂਲਿੰਗ ਹੈ ਜਾਂ ਆਪੋਜੀਸ਼ਨ ਹੈ ਉਹ ਸਿੱਧੇ ਜਾਂ ਸਿੱਧੇ ਤੌਰ ਦੇ ਉੱਪਰ ਕਿਸੇ ਦੀ ਸਪੋਰਟ ਨਾ ਕਰੇ। ਇਹ ਚੀਜ਼ ਸੰਭਵ ਨਹੀਂ ਹੈ। ਸਪੋਰਟ ਤਾਂ ਜਿਹੜੇ ਬੰਦੇ ਚੋਣਾਂ ਲੜਨਗੇ ਉਹ ਮੰਗਣਗੇ ਉਹਨਾਂ ਕੋਲੋਂ ਜਾ ਕੇ, ਕੋਈ ਵੀ ਜਿਹੜੀਆਂ ਧਿਰਾਂ ਲੜ ਰਹੀਆਂ ਹੋਣਗੀਆਂ ਚੋਣਾਂ ਉਹ ਸਰਕਾਰ ਕੋਲੋਂ ਸਪੋਰਟ ਮੰਗਦੀਆਂ। ਚੁੱਪ ਕਰਕੇ ਬੈਠਣਾ ਤਾਂ ਸਵਾਲ ਹੀ ਨਹੀਂ ਹੈ, ਉਹ ਬਿਲਕੁਲ ਉਹ ਨਹੀਂ ਹੋ ਸਕਦਾ। ਉਹਨਾਂ ਦੀ ਪਾਰਟਿਸਿਪੇਸ਼ਨ ਤਾਂ ਹੋਏਗੀ, ਬਿਲਕੁਲ ਉਹਨਾਂ ਦੀ ਪਾਰਟਿਸਿਪੇਸ਼ਨ ਹੋਏਗੀ। ਇਸੇ ਮੁੱਦੇ ਤੇ ਜਦੋਂ ਆਪਾਂ ਗੱਲ ਕਰਦੇ, ਦੇਖੋ ਆਮ ਆਦਮੀ ਪਾਰਟੀ ਪਿਛਲੇ ਦਿਨਾਂ 'ਚ ਇੱਕ ਲਗਾਤਾਰ ਇਹ ਇਸ਼ੂ ਵੀ ਲੈਂਦੀ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਅਸੀਂ ਨਿਆਂ ਤੇ ਇਨਸਾਫ ਦਿਵਾਵਾਂਗੇ, ਉਸ ਮਾਮਲੇ 'ਤੇ ਕਾਰਵਾਈ ਕਰਾਂਗੇ। ਸਪੀਕਰ ਵੀ ਉੱਥੇ ਜਾਂਦੇ ਰਹੇ। ਪਿਛਲੇ ਦਿਨਾਂ 'ਚ ਉਹਨਾਂ ਨੇ ਹੁਣ ਜਿੱਦਾਂ ਬਾਦਲਾਂ ਦੇ ਖਿਲਾਫ ਚਾਰਜਸ਼ੀਟ FIR ਵਗੈਰਾ ਸਾਰਾ ਇੱਕ ਸਿਸਟਮ ਦੀ ਲੰਘੇ ਹੈ। ਇਹ ਸੁਨੇਹਾ ਵੀ ਆਮ ਆਦਮੀ ਪਾਰਟੀ ਦੇ ਸਕਦੀ ਹੈ ਕਿ ਲੜਾਈ ਤਾਂ ਬੇਅਦਬੀ ਦੇ ਖਿਲਾਫ ਅਸੀਂ ਲੜੀ ਹੈ
ਸੋ ਜਿੱਥੇ ਥਾਪੜਾ ਦੇਣਗੇ ਕਿਤੇ ਲੱਗਦਾ ਕਿ ਉਹਦਾ ਫਾਇਦਾ ਵੀ ਲੈਣ ਦੀ ਕੋਸ਼ਿਸ਼ ਕਰ ਸਕਦੇ। ਬਿਲਕੁਲ ਸਿੱਧੂ ਸਾਹਿਬ, ਉਹ ਕੁਛ ਨਾ ਕੁਛ ਤਾਂ ਕਰਨਗੇ। ਮੈਂ ਜਿਹੜੀ ਤੁਸੀਂ ਗੱਲ ਆਪਣਾ ਚੀਫ ਖਾਲਸਾ ਦੀਵਾਨ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ, ਉਹ ਕੈਬਨਿਟ ਦੇ ਮਤਲਬ ਤੋਂ ਬਾਹਰ ਹੋਏ ਆ, ਅਸਤੀਫਾ ਦੇ ਕੇ ਗਏ ਆ। ਸੋ ਮੈਂ ਸਮਝਦਾ ਕਿ ਵੀ ਹੋ ਸਕਦਾ ਉਹ ਇਹਨਾਂ ਦਾ ਮਤਲਬ ਏਜੰਡਾ ਹੀ ਹੋਵੇ ਕਿ ਇਹਨਾਂ ਨੂੰ ਸਪੇਅਰ ਕਰੋ ਤੇ ਇਹਨਾਂ ਨੂੰ ਖੁੱਲ੍ਹਾ ਟਾਈਮ ਦਿਓ ਤੇ ਆਉਣ ਵਾਲੀ ਚੋਣਾਂ ਦੇ ਵਿੱਚ ਇੱਕ ਖੁੱਲ੍ਹੇ ਤਰੀਕੇ ਦੇ ਨਾਲ ਦਖਲ ਦੇ ਸਕਣ ਆਪਣਾ। ਉਹਨਾਂ ਨੂੰ ਮਤਲਬ ਸਪੇਅਰ ਕੀਤਾ ਗਿਆ ਕਿ ਸਰਕਾਰ ਦੇ ਕੰਮ ਚੋਂ ਹਟਾ ਕੇ। ਅਨੰਦ ਜੀ, ਇੱਕ ਹੋਰ ਵੱਡੀ ਧਿਰ ਹੈ, ਉਸ ਦਾ ਜ਼ਿਕਰ ਕਰਨਾ ਵੀ ਬਣਦਾ, ਉਹ ਭਾਰਤੀ ਜਨਤਾ ਪਾਰਟੀ। ਹੁਣ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਜਿਹੜਾ ਹੈਗਾ ਕਾਫੀ ਜਿਹੜਾ ਪੰਥਕ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੌਮੀ ਇਨਸਾਫ ਮੋਰਚਾ, ਆਪਾਂ ਸਾਰੇ ਇੱਥੋਂ ਦੇ ਰਹਿਣ ਵਾਲੇ ਹਾਂ, ਚੰਡੀਗੜ੍ਹ ਦੇ ਗੁਆਂਢ 'ਚ ਮੋਹਾਲੀ ਦੀਆਂ ਬਰੂਹਾਂ ਦੇ ਉੱਤੇ ਉਹ ਵੀ ਨਿਆਂ ਤੇ ਇਨਸਾਫ ਦੀ ਮੰਗ ਕਰ ਰਹੇ ਆ। ਕੀ ਪੋਸੀਬਿਲਿਟੀ ਹੋ ਸਕਦੀ ਇੱਦਾਂ ਦੀ ਕਿ ਜੇ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਜਿਹੜੀ ਹੈਗੀ ਆ, ਚਾਹੇ ਬੰਦੀ ਸਿੰਘਾਂ ਦੀ ਗੱਲ ਹੈ, ਹੋਰ ਸੇ ਕੁਝ ਮੁੱਦੇ ਹੈਗੇ ਆ, ਉਹਨਾਂ ਮੁੱਦਿਆਂ ਦੇ ਕੋਈ ਵੱਡੇ ਐਲਾਨ ਜਾਂ ਫੈਸਲੇ ਲੈ ਸਕਦੀ ਹੈ ਤਾਂ ਕਿ ਇਸ ਤਰੀਕੇ ਨਾਲ ਉਹ ਵੀ ਇਹਨਾਂ ਚੋਣਾਂ 'ਚ ਕੋਈ ਨਾ ਕੋਈ ਆਪਣਾ ਹਿੱਸਾ ਸ਼ਾਇਦ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਪਾਉਣਗੇ? ਦੇਖੋ ਸਿੱਧੂ ਸਾਹਿਬ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਪਾਉਣ ਤੋਂ ਇਲਾਵਾ ਮੈਂ ਇਸ ਨੂੰ ਇੱਕ ਹੋਰ ਐਂਗਲ ਤੋਂ ਵੀ ਦੇਖਦਾ ਕਿ ਇਹ ਨਹੀਂ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਉਹਦੇ ਵਿੱਚ SGPC ਦੀ ਇਲੈਕਸ਼ਨਾਂ ਦੇ ਵਿੱਚ ਕੋਈ ਮਤਲਬ ਆਪਣਾ ਇੰਟਰਸਟ ਨਾ ਜ਼ਾਹਰ ਕਰੇ। ਜੇ ਸਾਇੰਸ ਸੌਰੀ ਵਿੱਚੋਂ ਟੋਕਣ ਲੱਗਿਆ, ਇਸ ਕਰਕੇ ਵੀ ਮੈਂ ਕਹਿ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਦਿੱਲੀ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੂੰ ਆਪਣੇ ਲੈਣ ਦੀ, ਪੰਜਾਬ ਦੇ ਵਿੱਚ ਕਈ ਵੱਡੇ ਅਕਾਲੀ ਆਗੂ ਸੀ ਉਹਨਾਂ ਨੂੰ ਆਪਣੇ ਨਾਲ ਲੈਣ ਦੀ। ਸੋ ਇਹੋ ਜਿਹੇ ਮੌਕੇ ਤੇ ਫਿਰ ਚੁੱਪ ਕਰਕੇ ਕਿੱਦਾਂ? ਬਿਲਕੁਲ ਨਹੀਂ। ਉਸ ਤੋਂ ਇਲਾਵਾ ਵੀ ਇਹਦੇ ਵਿੱਚ ਹੋਰ ਵੀ ਐਂਗਲ ਹੈਗਾ। ਜੇ ਉਹ ਸਿੱਧੇ ਤੌਰ ਤੇ ਚੋਣ ਨਹੀਂ ਲੜਨਗੇ, ਉਹ ਕਿਸੇ ਨਾ ਕਿਸੇ ਐਸੀ ਧਿਰ ਦੀ ਮਦਦ ਕਰਨਗੇ ਜਿਹਦੇ ਵਿੱਚ ਉਹਨਾਂ ਦੇ ਜਿਹੜੇ ਕੇਸਾਧਾਰੀ ਜਿਹੜੇ ਹਿੰਦੂ ਮਾਈਂਡਸੈਟ ਦੇ ਜਿਹੜੇ ਕੈਂਡੀਡੇਟਸ ਹੈਗੇ ਆ, ਉਹ ਆਪਣੇ ਕੈਂਡੀਡੇਟਸ ਉਤਾਰਨਗੇ ਕਿਸੇ ਹੋਰ ਬੈਨਰ ਦੇ ਥੱਲੇ। ਇਹ ਵੀ ਸੰਭਾਵਨਾ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਜਿਹੜੀ ਧਿਰ ਦੇ ਨਾਲ ਉਹਨਾਂ ਦਾ ਹਿਡਨ ਅਲਾਇੰਸ ਹੋਏਗਾ ਉਹ ਕੇਸਾਧਾਰੀ ਹਿੰਦੂ ਮਾਈਂਡਸੈਟ ਦੇ ਬੰਦੇ ਜਿਹੜੇ ਕਿ ਟ੍ਰੈਡੀਸ਼ਨਲ ਜਿਹੜਾ ਇੱਕ ਵੱਖਰੀ ਨਿਆਰੀ ਹਸਤੀ ਦੀ ਗੱਲ ਕਰਦੇ ਆ ਸਿੱਖ ਭਾਈਚਾਰਾ, ਉਸ ਨੂੰ ਸਾਬੋਟੇਜ ਕਰਨ ਲਈ ਦੂਸਰੇ ਕਿਸਮ ਦੇ ਕੈਂਡੀਡੇਟ ਵੀ ਉਤਾਰੇ ਜਾ ਸਕਦੇ ਆ। ਤੇ ਇਹ ਚੀਜ਼ਾਂ ਸਾਰੀਆਂ ਅਜੇ ਮਤਲਬ ਇਹਨਾਂ ਤੇ ਆਪਾਂ ਕੋਈ ਕੰਕਰੀਟ ਗੱਲ ਨਹੀਂ ਕਰ ਸਕਦੇ। ਇਹ ਸਮੇਂ ਤੋਂ ਬਾਅਦ ਪੜਚੋਲ ਦਾ ਹਿੱਸਾ ਹੈਗੀਆਂ, ਪਰ ਇਹ ਪੜਚੋਲ ਦਾ ਚੀਜ਼ਾਂ ਫੇਸ ਕਰ ਸਕਦੇ ਹਾਂ। ਸਿੱਖ ਪੜਚੋਲ ਦਾ ਹਿੱਸਾ ਜ਼ਰੂਰ ਹੈਗਾ। ਮੈਂ ਤੁਹਾਨੂੰ ਇਹ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਇਹ ਵੀ ਗੱਲ ਆਈ ਸੀ ਕਿ ਜਿਹੜੇ ਕਮਿਸ਼ਨ ਦੇ ਚੇਅਰਮੈਨ ਆ ਭਾਜਪਾ ਵੱਲੋਂ ਇਕਬਾਲ ਸਿੰਘ ਲਾਲਪੁਰਾ, ਉਹਦੇ ਬਾਰੇ ਬਕਾਇਦਾ ਅਕਾਲੀ ਦਲ ਵੱਲੋਂ ਕਈ ਮੌਕਿਆਂ ਦੇ ਇਹ ਐਲੀਗੇਸ਼ਨ ਲਾਏ ਗਏ ਕਿ ਜੀ ਲਾਲਪੁਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ 'ਚ ਦਖਲ ਦਿੰਦੇ ਆ। ਸੋ ਇਹ ਜਿਹੀਆਂ ਪ੍ਰਸਥਿਤੀਆਂ ਜਾਂ ਮੌਕੇ ਕਦੇ ਬਣ ਸਕਦੇ ਆ, ਕਿਉਂਕਿ ਪਹਿਲਾਂ ਹੀ ਇਹ ਸਵਾਲ ਤਾਂ ਉੱਠ ਹੀ ਰਹੇ ਆ। ਦੇਖੋ, ਲਾਲਪੁਰਾ ਸਾਹਿਬ ਦੇ ਜੇ ਦਖਲ ਦੀ ਗੱਲ ਕਰੀਏ ਤੇ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਤਾਂ ਨੈਚੁਰਲੀ ਮਾਈਨੋਰਟੀ ਦੀ ਗੱਲ ਤਾਂ ਕਰੇਗਾ ਹੀ। ਉਹ ਜਿੱਥੇ ਤੱਕ ਆਪਣਾ ਬਾਦਲ ਅਕਾਲੀ ਦਲ ਦੇ ਐਲੀਗੇਸ਼ਨ ਦੀ ਗੱਲ ਹੈ, ਉਹ ਐਲੀਗੇਸ਼ਨ ਤਾਂ ਉਹ ਫਰਸਟ੍ਰੇਸ਼ਨ 'ਚ ਲਾ ਰਹੇ ਆ ਕਿਉਂਕਿ BJP ਜਦੋਂ ਉਹਨਾਂ ਦੇ ਨਾਲ ਅਲਾਇੰਸ ਸੀ ਤਾਂ ਸਿੱਧਾ ਦਖਲ ਹੁੰਦਾ ਸੀ ਤੇ ਹੁਣ ਉਹ ਬਾਹਰ ਹੋ ਗਏ ਆ, ਉਹਨਾਂ ਨਾਲ ਤੋੜ ਵਿਛੋੜਾ ਹੋ ਗਿਆ ਤੇ ਇਸ ਕਰਕੇ ਹੁਣ ਉਹਨਾਂ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ। ਸੋ ਉਸ ਐਲੀਗੇਸ਼ਨ 'ਚ ਮਤਲਬ ਮੈਂ ਉਹਨੂੰ ਇੰਨਾ ਵਜਨਦਾਰ ਬਹੁਤਾ ਦਮ ਨਹੀਂ ਹੈਗਾ, ਬਹੁਤਾ ਦਮ ਨਹੀਂ ਹੈ। ਲੇਕਿਨ ਲਾਲਪੁਰਾ ਦੀ ਜਿਹੜੀ ਉਹਦੇ ਵਿੱਚ ਇੰਟਰਫੀਅਰੈਂਸ ਹੈਗੀ ਆ, ਉਹਦੇ ਕਈ ਪੱਖ ਹੈਗੇ ਆ। ਉਹਦੇ ਵਿੱਚ ਇੱਕ ਮੈਂ ਤੁਹਾਨੂੰ ਬੜਾ ਮਤਲਬ ਨਮੋਸ਼ੀ ਵਾਲੀ ਮੈਂ ਤੁਹਾਨੂੰ ਇੰਸਟੈਂਸ ਦੱਸਦਾ ਕਿ ਅਕਾਲੀ ਦਲ ਨੂੰ ਇਹ ਵੀ ਫੇਸ ਕਰਨਾ ਪਏਗਾ ਜਿਹੜਾ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਵਾਪਰਿਆ ਸੀ, ਉਹਦੇ ਪਿੱਛੇ ਇਹ ਸੀ ਕਿ ਇੱਕ ਸਿੰਧੀ ਪਰਿਵਾਰ ਦੀ ਧੀ ਨੂੰ ਉੱਥੇ ਦੇ ਮਹੰਤਾਂ ਨੇ ਉਹਦੇ ਨਾਲ ਬਦਫੈਲੀ ਕੀਤੀ ਸੀ ਤੇ ਇਸ ਇਸ਼ੂ ਨੂੰ ਲੈ ਕੇ ਸਾਰਾ ਜਿਹੜਾ ਬਾਬਰੋਲਾ ਮਚਿਆ ਤੇ ਨਨਕਾਣਾ ਸਾਹਿਬ ਦਾ ਐਪੀਸੋਡ ਜਿਹੜਾ ਸੀ ਇਹ ਅਨਫੋਲਡ ਹੋਇਆ ਤੇ ਉਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ। ਲਾਲਪੁਰਾ ਸਾਹਿਬ ਦੇ ਕੋਲ ਵੀ ਐਸੇ ਸਮਾਚਾਰ ਬਹੁਤ ਜਾ ਰਹੇ ਹੈ। ਇੱਕ ਇੰਸਟੈਂਸ ਦੀ ਮੈਨੂੰ ਪਰਸਨਲ ਨੌਲੇਜ ਹੈਗੀ ਹੈ ਕਿ ਇਹ ਜੋ ਕਹਿ ਰਹੇ ਵੱਡੀ ਗੱਲ ਕਹਿ ਰਹੇ ਤੱਥਾਂ ਦੇ ਆਧਾਰ ਤੇ, ਬਿਲਕੁਲ ਤੱਥਾਂ ਦੇ ਆਧਾਰ ਤੇ ਕਹਿ ਰਹੇ ਤੇ ਫਸਟ ਹੈਂਡ ਨੌਲੇਜ ਮੇਰੇ ਕੋਲ ਹੈਗੀ ਹੈ। ਤੇ ਲਾਲਪੁਰਾ ਸਾਹਿਬ ਨੇ ਉਸ ਨੂੰ ਮਤਲਬ ਬਲੈਕ ਐਂਡ ਵਾਈਟ ਪੇਪਰ ਦੇ ਵਿੱਚ ਸੰਮਨ ਕਰਨ ਦੀ ਥਾਂ ਧਾਮੀ ਸਾਹਿਬ ਨੂੰ ਫੋਨ ਕੀਤਾ ਹੈ। ਮੇਰੇ ਕੋਲ ਇਹ ਵੀ ਇਨਫੋਰਮੇਸ਼ਨ ਹੈਗੀ ਹੈ ਕਿ ਉਹਨਾਂ ਨੇ ਧਾਮੀ ਸਾਹਿਬ ਨੂੰ ਕਿਹਾ ਕਿ ਬਈ ਇਸ ਨੂੰ ਤੁਸੀਂ ਰਿਜ਼ੋਲਵ ਕਰੋ ਤੇ ਆਪਾਂ ਜੇ ਦਿੱਲੀ ਦੇ ਵਿੱਚ ਬੈਠ ਕੇ ਇਹੋ ਜਿਹੀਆਂ ਚੀਜ਼ਾਂ ਕਰਾਂਗੇ ਤੇ ਆਪਣਾ ਢਿੱਡ ਨੰਗਾ ਹੁੰਦਾ ਹੈ। ਤੇ ਧਾਮੀ ਸਾਹਿਬ ਨੇ 3-4 ਦਿਨ ਬਾਅਦ ਉਹਨਾਂ ਨੂੰ ਇਹ ਫੋਨ ਕਰਕੇ ਮਾਫੀ ਮੰਗੀ ਕਿ ਮੈਂ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਮੁਲਾਜ਼ਮ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵਡ ਹੈ ਉਹਨਾਂ ਦੇ ਬੜੇ ਉੱਚ ਕਨੈਕਸ਼ਨ ਹੈ ਅਕਾਲੀ ਦਲ ਦੇ ਵਿੱਚ। ਸੋ ਵੱਡਾ ਸਵਾਲ ਹੈਗਾ। ਸੋ ਇਸ ਤਰੀਕੇ ਦੀਆਂ ਗੱਲਾਂ ਜਦੋਂ ਪਬਲਿਕ ਡੋਮੇਨ ਦੇ ਵਿੱਚ ਹੈਗੀਆਂ, ਪਬਲਿਕ ਇਸ ਚੀਜ਼ ਨੂੰ ਜਾਣਦੀ ਹੈ, ਜਿਹੜੀ ਜਿਨ੍ਹਾਂ ਦੀ ਧੀ ਦੇ ਨਾਲ ਮਤਲਬ ਇਹ ਵਾਪਰੀ ਹੈ ਗੱਲ, ਉਹ ਬੰਦੇ ਤਾਂ ਅਜੇ ਵੀ ਦਰ-ਦਰ ਘੁੰਮ ਰਹੇ ਆ। ਪਰ ਇਹ ਬਿਲਕੁਲ ਅਮਰਿੰਦਰ ਜੀ, ਇਹ ਜਿਹੇ ਮਾਮਲੇ ਬੜੇ ਸੈਂਸਿਟਿਵ ਹੁੰਦੇ ਆ। ਇਹ ਵੀ ਹੁੰਦਾ ਕਈ ਵਾਰੀ ਐਲੀਗੇਸ਼ਨ ਲੱਗਦੀ ਹੈ, ਉਸ ਐਲੀਗੇਸ਼ਨ ਦੀ ਪੁਸ਼ਟੀ ਹੁੰਦੀ ਹੈ ਕਿ ਨਹੀਂ ਹੁੰਦੀ, ਪਰ ਜਿਸ ਮੁੱਦੇ ਦਾ ਤੁਸੀਂ ਗੱਲ ਕਰ ਰਹੇ ਹੋ ਜਾਂਚ ਪੜਤਾਲ ਦਾ ਮਾਮਲਾ ਜ਼ਰੂਰ ਹੈਗਾ, ਪੜਤਾਲ ਹੀ ਨਹੀਂ ਕਰਵਾ ਰਹੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਅੱਜ ਕੱਲ੍ਹ ਹੁਣ ਆਪਾਂ ਦੇਖ ਹੀ ਰਹੇ ਹਾਂ ਜਿਵੇਂ ਵੂਮਨ ਰੈਸਲਰਸ ਦਾ ਇਸ਼ੂ ਜਿਹੜਾ ਚੱਲ ਰਿਹਾ ਹੈ, ਮੋਦੀ ਸਾਹਿਬ ਨੇ ਕਿਵੇਂ ਉਸ ਨੂੰ ਸ਼ੀਲਡ ਕੀਤਾ ਹੋਇਆ ਇੱਕ ਬੰਦੇ ਨੂੰ। ਸੋ ਇਹ ਚੀਜ਼ ਜਿਹੜੀ ਹੈ ਇੱਥੇ ਵੀ ਹੈਗੀ, ਸੱਚ ਸਾਹਮਣੇ ਆਉਣਾ ਚਾਹੀਦਾ, ਸੱਚ ਸਾਹਮਣੇ ਆਉਣਾ ਚਾਹੀਦਾ।
ਜਦੋਂ ਆਪਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਪਾਰਟੀਆਂ ਦੀ ਗੱਲ ਕਰਦੇ ਹਾਂ, ਇੱਕ ਵੱਡਾ ਸਵਾਲ ਜਿਹੜਾ ਅਮਰਿੰਦਰ ਜੀ ਇਹ ਵੀ ਹੈ, ਤੁਸੀਂ ਤਾਂ ਆਪ ਲੰਬੇ ਸਮੇਂ ਤੋਂ ਪੰਥਕ ਮਾਮਲਿਆਂ ਨਾਲ ਜੁੜੇ ਹੋਏ ਆ। ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਲੰਬਾ ਸਮਾਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੁਮਾਇੰਦਗੀ ਕਰਦੇ ਰਹੇ, ਮੰਤਰੀ ਰਹੇ, MLA ਰਹੇ ਜਿਹੜਾ ਹੈਗਾ। ਜਦੋਂ ਹੁਣ SGPC ਦੀਆਂ ਇਲੈਕਸ਼ਨਸ ਆ ਰਹੀਆਂ, ਕੀ ਲੱਗਦਾ ਕਿ ਬੀਬੀ ਜਗੀਰ ਕੌਰ ਵੀ ਇਸ ਮਾਮਲੇ 'ਚ ਇੱਕ ਵੱਖਰੇ ਤੌਰ 'ਤੇ ਵੱਡੀ ਚੁਣੌਤੀ ਦੇ ਸਕਦੇ ਆ, ਕੋਈ ਭੂਮਿਕਾ ਨਿਭਾ ਸਕਦੇ ਆ? ਦੇਖੋ ਬੀਬੀ ਜਗੀਰ ਕੌਰ ਆਪਣੇ ਤੌਰ ਤੇ ਮੈਂ ਸਮਝਦਾ ਕਿ ਉਹ ਇੱਕ ਇੰਡੀਪੈਂਡੈਂਟ ਧਿਰ ਬਣ ਕੇ ਚੋਣ ਲੜ ਸਕਦੇ ਆ, ਇਹਦੇ ਵਿੱਚ ਕੋਈ ਦੁਰਾਵਾ ਨਹੀਂ ਹੈ। ਕਿ ਉਹਨਾਂ ਨੇ ਅੱਜ ਹੀ ਇੱਕ ਕੋਈ ਅਨਾਉਂਸਮੈਂਟ ਵੀ ਕੀਤੀ, ਆਪਣਾ ਪੰਥਕ ਅਕਾਲੀ ਬੋਰਡ ਕੋਈ ਬਣਾਇਆ ਉਹਨਾਂ ਨੇ, ਤੇ ਉਹ ਫਿਊਚਰ ਦੇ ਵਿੱਚ ਪਤਾ ਲੱਗੇਗਾ ਕਿ ਕਿਹਦੇ ਨਾਲ ਅਲਾਇੰਸ ਕਰਦੇ ਆ, ਕਿਹਦੇ ਨਾਲ ਉਹ ਮਤਲਬ ਹੱਥ ਮਿਲਾਉਂਦੇ ਆ ਤੇ ਕਿਹਨਾਂ ਦੇ ਨਾਲ ਰਲ ਕੇ ਉਹ ਚੋਣ ਲੜਨ ਦੀ ਮਤਲਬ ਆਪਣੀ ਤਿਆਰੀ ਕਰਨਗੇ। ਲੇਕਿਨ ਮੈਂ ਸਮਝਦਾ ਕਿ ਉਹ ਇੱਕ ਇੰਪੋਰਟੈਂਟ ਰੋਲ ਪਲੇ ਕਰਨਗੇ। ਹੁਣ ਉਹ ਜਿਹੜੀਆਂ ਰਵਾਇਤੀ ਟ੍ਰੈਡੀਸ਼ਨਲ ਜਿਹੜੀਆਂ ਪਾਰਟੀਆਂ ਹੈਗੀਆਂ, ਭਾਵੇਂ ਉਹ ਪੰਥਕ ਅਕਾਲੀ ਲਹਿਰ ਲਾ ਲਈਏ, ਆਪਾਂ ਜਥੇਦਾਰ ਰਣਜੀਤ ਸਿੰਘ ਜੀ ਦੀ ਸੰਯੁਕਤ ਅਕਾਲੀ ਦਲ ਲਾ ਲਈਏ, ਅਕਾਲੀ ਦਲ ਮਾਨ ਲਾ ਲਈਏ, ਤੇ ਬੀਬੀ ਜਗੀਰ ਕੌਰ ਲਾ ਲਈਏ, ਦਮਦਮੀ ਟਕਸਾਲ ਲਾ ਲਈਏ, ਅਖੰਡ ਕੀਰਤਨੀ ਜਥਾ ਲਗਾ ਲਈਏ, ਤੇ ਬਹੁਤ ਲੰਬੀ ਸਿੱਖ ਮਿਸ਼ਨਰੀ ਕਾਲਜ ਹੈਗਾ, ਤੇ ਕਈ ਜਥੇਬੰਦੀਆਂ ਹੈਗੀਆਂ ਜਿਨ੍ਹਾਂ ਦੀ ਸਿੱਖ ਜਗਤ ਦੇ ਵਿੱਚ ਵੱਡੀ ਪਕੜ ਹੈਗੀ ਹੈ। ਉਹ ਸਾਰੀਆਂ ਜਿਹੜੀਆਂ ਹੈਗੀਆਂ ਕੀ ਰੋਲ ਪਲੇ ਕਰਨਗੀਆਂ, ਸੰਤ ਸਮਾਜ ਹੈਗਾ, ਤੇ ਬੀਬੀ ਜਗੀਰ ਕੌਰ ਉਹਨਾਂ 'ਚੋਂ ਕਿੰਨਿਆਂ ਕੁ ਨੂੰ ਆਪਣੇ ਨਾਲ ਲਾ ਪਾਉਣਗੇ, ਤੇ ਇਹ ਫਿਊਚਰ ਦੱਸੇਗਾ। ਨਿਹੰਗ ਸਿੰਘ ਜਥੇਬੰਦੀਆਂ ਵੀ ਹੈਗੀਆਂ, ਇਹ ਜਿਹੜੀਆਂ ਚੀਜ਼ਾਂ ਅਜੇ ਆਪਾਂ ਮਤਲਬ ਬਿਲਕੁਲ ਦੇਖਣ ਵਾਲਾ ਮਾਮਲਾ, ਬਹੁਤ ਵੱਡਾ ਸਵਾਲ ਇਸ ਮੁੱਦੇ ਤੇ ਤੁਸੀਂ ਜ਼ਿਕਰ ਕਰਨ ਕਿ ਵੱਖ-ਵੱਖ ਤਰ੍ਹਾਂ, ਇਹਨਾਂ ਵੱਖ-ਵੱਖ ਤਰ੍ਹਾਂ ਬਾਰੇ ਹੀ ਸਵਾਲ ਜਿਹੜਾ ਮੈਂ ਅਮਰਿੰਦਰ ਜੀ, ਕਿਉਂਕਿ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ, ਸੁਣ ਰਹੇ, ਸ਼ਾਇਦ ਜਿਹੜਾ ਸਵਾਲ ਮੈਂ ਲੈ ਰਿਹਾ ਉਹਨਾਂ ਦੇ ਮਨ ਦਾ ਵੀ ਇਹ ਸਵਾਲ ਹੋ ਸਕਦਾ ਹੈ ਕਿ ਜਦੋਂ ਆਪਾਂ ਪੰਥਕ ਤਰ੍ਹਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ SGPC ਜਿਹੜੀ ਮੌਜੂਦਾ ਕਾਬਿਲ ਤੇ ਰਾਜੀ ਦੀ ਅਗਵਾਈ ਅਕਾਲੀ ਦਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ, ਹੁਣ ਸੁਖਬੀਰ ਬਾਦਲ ਕਰ ਰਹੇ, ਇੱਕ ਤਾਂ ਉਹ ਧਿਰ ਹੈ। ਦੂਜੀਆਂ ਜਿਨ੍ਹਾਂ ਧਿਰਾਂ ਦਾ ਤੁਸੀਂ ਨਾਂ ਲੈ ਰਹੇ ਹੋ, ਕੁਝ ਹੋਰ ਤਰ੍ਹਾਂ ਵੀ ਹੋ ਸਕਦੇ ਜਿਨ੍ਹਾਂ ਦਾ ਨਾਂ ਜ਼ਿਕਰ ਨਹੀਂ ਆਇਆ ਹੋਵੇਗਾ। ਕੀ ਇਹ ਤਵੱਕੁ ਕੀਤੀ ਜਾ ਸਕਦੀ ਹੈ ਕਿ ਜੇ ਚੁਣੌਤੀ ਦੇਣੀ ਹੈ, ਇਹ ਧਿਰਾਂ ਇੱਕ ਪਲੇਟਫਾਰਮ ਤੇ ਆਉਣਗੀਆਂ ਜਾਂ ਆਪਣੀ ਆਪਣੀ ਡਫਲੀ ਵਜਾਉਣਗੀਆਂ? ਦੇਖੋ ਸਿੱਧੂ ਸਾਹਿਬ, ਇੱਕ ਪਲੇਟਫਾਰਮ ਤੇ ਸਾਰੀਆਂ ਧਿਰਾਂ ਆਉਣੀਆਂ ਮੈਨੂੰ ਸੰਭਵ ਨਹੀਂ ਦਿਖ ਰਹੀਆਂ, ਕਿਉਂਕਿ ਉਹਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਇੰਟਰਫੇਰੈਂਸ ਵੀ ਰਹੇਗੀ, BJP ਦੀ ਇੰਟਰਫੇਰੈਂਸ ਵੀ ਰਹੇਗੀ। ਸੋ ਇਹ ਸਾਰੇ ਪ੍ਰੈਸ਼ਰਸ ਹੋਣਗੇ, ਪੁਸ਼ ਐਂਡ ਪੁੱਲ ਹੋਏਗਾ, ਤੇ ਆਪਣਾ ਸੁਖਬੀਰ ਬਾਦਲ ਦਾ ਜਿਹੜਾ ਦਲ ਹੈ ਉਹ ਕਿਹਦੇ ਨਾਲ ਖੜੇਗਾ, ਤੇ ਇਹ ਸਾਰੀਆਂ ਚੀਜ਼ਾਂ ਅਜੇ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ। ਇਹ ਫਿਊਚਰ ਦੇ ਵਿੱਚ ਹੀ ਆਪਾਂ ਛੱਡ ਦਈਏ ਤਾਂ ਬਿਹਤਰ ਰਹੇਗਾ। ਅਮਰਿੰਦਰ ਜੀ, ਇੱਕ ਸਵਾਲਾਂ ਦਾ ਸਵਾਲ ਇਹ ਵੀ ਵੱਡੀ ਗੱਲ ਹੈਗੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 11 ਨਿਕਲਿਆ, 16 ਨਿਕਲਿਆ, ਹੁਣ 23 ਆ ਗਿਆ। 23 ਚ ਹੁਣ ਵੋਟਰ ਸਦਾਈ ਦੀ ਗੱਲ ਹੋ ਰਹੀ ਹੈ। ਅਜੇ ਵੀ ਕਈ ਵਾਰੀ ਸਵਾਲ ਖਦਸ਼ੇ ਉੱਠਦੇ ਆ, ਹੋਣਗੀਆਂ ਨਹੀਂ ਹੋਣਗੀਆਂ, ਕੀ ਹੋਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਮ ਚੋਣਾਂ ਨਹੀਂ ਹੁੰਦੀਆਂ, ਜੇ ਪੈਂਡਿੰਗ ਪੈਂਦੀਆਂ, ਲੱਗਦਾ ਨਹੀਂ ਕਿ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਹਦੀ ਹੋਂਦ, ਜੇ ਇਲੈਕਸ਼ਨ ਹੀ ਨਹੀਂ ਹੋਈ ਤਾਂ ਫਿਰ ਉਹਦੀ ਹੋਂਦ ਨੂੰ ਖਤਰਾ। ਹੁਣ ਵੀ ਕਿੰਨੇ ਮੈਂਬਰ ਜਿਹੜੇ ਹੈਗੇ ਉਹ ਛੱਡ ਗਏ ਹੋਣੇ ਆ, ਕੋਈ ਦੁਨੀਆ ਤੋਂ ਚਲੇ ਗਏ ਹੋਣੇ ਆ, ਤਾਂ ਫਿਰ ਤਾਂ ਹੋਰ ਵੀ ਇਹਦਾ ਜਿਹੜਾ ਪ੍ਰੈਕਟੀਕਲ ਤੌਰ 'ਤੇ ਵਜੂਦ ਹੀ ਖਤਰੇ 'ਚ ਪੈ ਜਾਏਗਾ। ਇਹ ਸਾਜ਼ਿਸ਼ ਨਹੀਂ ਹੋ ਸਕਦੀ? ਸਿੱਧੂ ਸਾਹਿਬ, ਇਹ ਸਾਜ਼ਿਸ਼ ਜਿਹੜੀ ਪਹਿਲੀ ਵਾਰੀ ਨਹੀਂ ਅਨਫੋਲਡ ਹੋ ਰਹੀ। ਇਹ ਸਾਜ਼ਿਸ਼ ਆਜ਼ਾਦੀ ਤੋਂ ਬਾਅਦ ਜੇ ਆਪਾਂ ਸਾਰਾ ਹਿਸਟਰੀ ਦੇਖਦੇ ਹਾਂ ਤੇ ਬਹੁਤ ਲੰਬੇ ਸਮੇਂ ਤੱਕ ਇਹਨਾਂ ਨੂੰ ਮੁਲਤਵੀ ਕੀਤਾ ਗਿਆ ਚੋਣਾਂ ਨੂੰ, ਤੇ ਜਿਹੜੀ ਧਿਰ ਕਾਬਜ਼ ਹੈ ਉਸ ਨੂੰ ਡੈਲੀਬਰੇਟਲੀ ਦਿੱਲੀ ਦਰਬਾਰ ਨੇ ਉਹਨੂੰ ਕਬਜ਼ਾ ਦੇ ਕੇ ਰੱਖਿਆ, ਤੇ ਉਹ ਇਹੀ ਫਰਸਟ੍ਰੇਸ਼ਨ ਹੈ ਸਿੱਖਾਂ ਦੀ ਫਰਸਟ੍ਰੇਸ਼ਨ ਹੀ ਇਹ ਹੈ ਕਿ ਜਿਹੜਾ ਦਿੱਲੀ ਦਾ ਦਰਬਾਰ ਹੈ ਉਹ ਮਤਲਬ ਇਹਨਾਂ ਕੌਨਫੀਡੈਂਸ ਹੀ ਨਹੀਂ ਹੈ ਕਿ ਅਸੀਂ ਇਹਨਾਂ ਦੀ ਲੀਡਰਸ਼ਿਪ ਨੂੰ ਉਭਰਨ ਦਈਏ। ਉਹ ਚਾਹੁੰਦਾ ਕਿ ਬਈ ਇਹ ਠੀਕ ਹੈ, ਇਹ ਨਰਮ ਬੰਦੇ ਹੈਗੇ ਆ, ਅਗਲੀ ਵਾਰੀ ਪਤਾ ਨਹੀਂ ਕਹੇ ਜੇ ਆ ਜਾਣਗੇ। ਇਹ ਜਿਹੜਾ ਇੱਕ ਭਰਮ ਹੈ ਉਹਦੇ ਮਨ ਦੇ ਵਿੱਚ, ਜਦੋਂ ਕਿ ਜੇ ਮੰਨ ਲਓ ਬਹੁਤ ਹੀ ਗਰਮ ਖਿਆਲੀ ਆ ਵੀ ਗਏ ਤੇ 5 ਸਾਲ ਬਾਅਦ ਫਿਰ ਚੋਣ ਹੋ ਜਾਏਗੀ। 5 ਸਾਲ ਦਾ ਕੋਈ ਵੱਡਾ ਪੀਰੀਅਡ ਨਹੀਂ ਹੁੰਦਾ, ਲੇਕਿਨ ਇਹ ਇੱਕ ਮਤਲਬ ਆਪਾਂ ਇਹਨੂੰ ਕੰਪਲੈਕਸ ਕਹਿ ਲਈਏ, ਇਸ ਨੂੰ ਜੋ ਮਰਜ਼ੀ ਆਪਾਂ ਨਾਮ ਦੇ ਦਈਏ, ਇਹ ਜਿਹੜਾ ਇੱਕ ਪਾੜਾ ਪਿਆ ਹੋਇਆ ਦਿੱਲੀ ਦਰਬਾਰ ਦਾ ਤੇ ਸਿੱਖ ਜਗਤ ਦਾ, ਇਹਦੇ ਵਿੱਚੋਂ ਹੀ ਜਿਹੜੀ ਫਰਸਟ੍ਰੇਸ਼ਨ ਸਿੱਖਾਂ ਦੀ ਨਿਕਲ ਰਹੀ ਹੈ, ਤੇ ਪੰਜਾਬ ਦੀ ਪ੍ਰੋਬਲਮ ਵੀ ਇਹਦੇ ਵਿੱਚੋਂ ਡਿਵੈਲਪ ਹੋ ਰਹੀ ਹੈ। ਜੇਕਰ ਇਸ ਚੋਣਾਂ ਨੂੰ ਰੈਗੂਲਰਲੀ ਕਰਾ ਦਿੱਤਾ ਜਾਵੇ ਹਰ 5 ਸਾਲ ਤੋਂ ਬਾਅਦ, ਤੇ ਬਹੁਤ ਸਾਰਾ ਮੈਂ ਸਮਝਦਾ ਗੁੱਸਾ ਸਿੱਖਾਂ ਦਾ ਠੰਡਾ ਹੋ ਸਕਦਾ, ਲੇਕਿਨ ਉਹ ਨਹੀਂ ਹੋਣ ਨਹੀਂ ਦਿੱਤਾ ਜਾਂਦਾ। ਇਹ ਜਾਣਬੁੱਝ ਕੇ ਵੀ ਹੋ ਸਕਦਾ ਹੈ ਤਾਂ ਕਿ ਇਸ ਢੰਗ ਨਾਲ ਕਿ ਸਿੱਖਾਂ ਦੀ ਕੋਈ ਲੀਡਰਸ਼ਿਪ ਉੱਭਰੇਗੀ, ਕੱਲ੍ਹ ਨੂੰ ਸਿੱਖਾਂ ਨਾਲ ਜੁੜੇ ਹੋਏ ਮਸਲੇ ਆ, ਮੁੱਦੇ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਹੱਲ ਕਰਾਉਣ ਲਈ ਚਾਹੇ ਪੰਜਾਬ ਸਰਕਾਰ ਹੈ, ਕੇਂਦਰ ਸਰਕਾਰ ਹੈ, ਦਬਾਅ ਵੱਧ ਸਕਦਾ ਹੈ। ਉਹ ਸਮਝੇ ਕਿ ਇਹਨਾਂ ਨੂੰ ਇਸ ਕਦਰ ਇੰਨਾ ਕੁ ਰੱਖੋ ਕਿ ਉੱਪਰ ਵੀ ਨਾ ਆ ਸਕਣ, ਪਰ ਅਸੀਂ ਇਹਨਾਂ ਬਾਰੇ ਗੱਲ ਵੀ ਕਰਦੇ ਰਹੀਏ। ਇਹਦੇ ਦੇਖੋ ਵੱਖਰੇ ਦੇ ਫੈਸਟਸ ਹੈਗੇ ਆ, ਇਹਨੂੰ ਆਪਾਂ ਕਿਵੇਂ ਐਨਾਲਾਈਜ਼ ਕਰਦੇ ਹਾਂ ਕਿ ਇਹ ਕਿਉਂ ਕੀਤਾ ਜਾ ਰਿਹਾ। ਇਹਦੇ ਕਈ ਡਾਇਮੈਂਸ਼ਨਸ ਹੈਗੀਆਂ ਇਸ ਚੀਜ਼ ਦੀਆਂ, ਪਰ ਇਹ ਹਕੀਕਤ ਇਹ ਹੈ ਕਿ ਕੀਤਾ ਜਾ ਰਿਹਾ, ਤੇ ਇਹਦੇ ਵਿੱਚੋਂ ਹੀ ਸਿੱਖਾਂ ਦੀ ਫਰਸਟ੍ਰੇਸ਼ਨ ਜਿਹੜੀ ਨਿਕਲ ਰਹੀ ਹੈ। ਹੁਣ ਤੁਸੀਂ ਹਿਸਾਬ ਲਾ ਲਓ ਕਿ 2011 ਤੋਂ ਚੋਣਾਂ ਹੋਈਆਂ ਤੇ ਅੱਜ 23 ਆ ਗਿਆ, ਤਕਰੀਬਨ 12-13 ਸਾਲ ਹੋ ਚੁੱਕੇ ਆ, ਤੇ ਚੋਣ ਅਜੇ ਵੀ ਨਹੀਂ ਹੋਣੀ।
ਪਰ ਇੱਕ ਇਹਦੇ 'ਚ ਚਿੱਠੀ ਕਿੱਡੀ ਆ ਉਹਨੇ ਕਿ ਵੀ ਵੋਟਾਂ ਬਣਾਉਣੀਆਂ ਸ਼ੁਰੂ ਕਰੋ, ਕਦੋਂ ਵੋਟਾਂ ਬਣਨਗੀਆਂ, ਕਦੋਂ ਹਲਕਾਬੰਦੀ ਹੋਏਗੀ, ਪੰਜਾਬ ਗਵਰਨਮੈਂਟ ਆਪਣਾ ਚੰਡੀਗੜ੍ਹ ਦਾ ਪ੍ਰਸ਼ਾਸਨ, ਹਿਮਾਚਲ ਦੀ ਗਵਰਨਮੈਂਟ ਬਣਾਉਂਦੀ ਵੀ ਹੈ ਕਿ ਨਹੀਂ ਬਣਾਉਂਦੀ। ਸੋ ਇਹ ਮੈਂ ਸਮਝਦਾ ਕਿ 24 ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ੋਸ਼ਾ ਜਿਹਾ ਛੱਡਤਾ। ਇੱਕ ਸਵਾਲ ਅਮਰਿੰਦਰ ਜੀ, ਜਦੋਂ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਹਾਂ, ਜਿਹੜੀ ਮੌਜੂਦਾ ਕਾਬਤ ਹੈ, ਤੁਸੀਂ ਆਪ ਪਹਿਲਾਂ ਇਸ ਹਾਊਸ ਦੇ ਮੈਂਬਰ ਰਹੇ ਹੋ, ਆਪਾਂ ਜਨਰਲ ਹਾਊਸ ਦੀ ਗੱਲ ਕਰਦੇ ਹਾਂ, ਕਿ ਜਨਰਲ ਹਾਊਸ ਨੂੰ ਖੁਦ ਇਸ ਮਾਮਲੇ 'ਚ 5 ਸਾਲ ਨਿਕਲ ਜਾਂਦੇ ਆ, ਮਤਾ ਨਹੀਂ ਪਾਉਣਾ ਚਾਹੀਦਾ ਕਿ ਸਾਡੀਆਂ ਆਮ ਚੋਣਾਂ ਕਰਵਾਈਆਂ ਜਾਣ? ਕਿਉਂਕਿ ਕਿਸੇ ਹਾਊਸ ਦੀ ਕ੍ਰੈਡੀਬਿਲਿਟੀ ਤੇ ਤਾਂ ਹੀ ਹੈ ਨਾ ਜੇ ਚੁਣੇ ਹੋਏ ਨੁਮਾਇੰਦੇ ਹੋਣਗੇ ਉੱਥੇ। ਦੇਖੋ ਸਿੱਧੂ ਸਾਹਿਬ, ਇਹਦੇ ਨਾ ਦੋ ਪੱਖ ਹੈਗੇ ਆ। ਇੱਕ ਪੱਖ ਤਾਂ ਇਹਦਾ ਇਹ ਹੈ ਕਿ ਬਈ ਐਕਟ ਕਹਿੰਦਾ ਕਿ 5 ਸਾਲ ਲਈ ਚੋਣ ਹੋਏਗੀ, ਤੇ ਮੈਂ ਸਮਝਦਾ ਕਿ ਹਿੰਦੁਸਤਾਨ ਦਾ ਕੋਈ ਵੀ ਬੋਰਡ ਐਸਾ ਨਹੀਂ ਹੈ, ਕੋਈ ਕਾਰਪੋਰੇਸ਼ਨ ਜਾਂ ਬੋਰਡ ਜਾਂ ਕੋਈ ਵੀ ਇਲੈਕਟਿਡ ਬੋਡੀ ਐਸੀ ਨਹੀਂ ਹੈ ਜਿਹਦੀ ਕੋਈ ਟਰਮ ਨਿਸ਼ਚਿਤ ਨਾ ਹੋਵੇ। ਤੇ ਜਿਸ ਦਿਨ ਉਹ ਜੇ 5 ਸਾਲ ਹੈ ਤਾਂ 5 ਸਾਲ, ਜੇ 4 ਹੈ ਤਾਂ 4, ਜੇ 3 ਹੈ ਤਾਂ 3, ਉਸ ਦਿਨ ਤੋਂ ਬਾਅਦ, ਉਸ ਤਰੀਕ ਤੋਂ ਬਾਅਦ ਉਹ ਮੈਂਬਰ ਜਿਹੜਾ ਉਹਦੀ ਪਾਵਰ ਖਤਮ ਹੋ ਜਾਂਦੀ ਹੈ ਤੇ ਉਸ ਬੋਰਡ ਨੂੰ ਸੈਕਟਰੀ ਟੇਕ ਓਵਰ ਕਰ ਲੈਂਦਾ ਜਾਂ ਡੀਸੀ ਟੇਕ ਓਵਰ ਕਰ ਲੈਂਦਾ। ਇੱਥੇ ਐਕਟ ਦੇ ਵਿੱਚ ਹੈਗਾ ਡੀਸੀ ਆਫ ਅੰਮ੍ਰਿਤਸਰ, ਤੇ ਪਾਵਰ ਜੇ ਡੀਸੀ ਆਫ ਅੰਮ੍ਰਿਤਸਰ ਦੇ ਕੋਲ ਰੈਸਟ ਕਰਨ ਲੱਗ ਜਾਏ, ਸਾਰੇ ਮੈਂਬਰਸ ਨੂੰ ਮੱਥਾ ਟੇਕ ਦਿੱਤਾ ਜਾਏ ਕਿ ਜੀ ਤੁਹਾਨੂੰ 5 ਸਾਲ ਲਈ ਸੰਗਤ ਨੇ ਭੇਜਿਆ ਸੀ, 5 ਪੂਰੇ ਹੋ ਗਏ ਆ, ਤੇ ਹੁਣ ਨਵੇਂ ਜਦੋਂ ਵੀ ਆਣਗੇ ਤੇ ਉਹ ਦੇਖਣਗੇ ਉਨੀ ਦੇਰ ਤੱਕ ਕੰਮ ਚਲਾਊ ਇਹ ਹੋਏਗਾ। ਉਹਦੇ ਨਾਲ ਸਰਕਾਰ ਦੇ ਉੱਪਰ ਵੀ ਦਬਾਅ ਰਹੇਗਾ ਕਿ ਅਸੀਂ ਜਲਦੀ ਤੋਂ ਜਲਦੀ ਨਵਾਂ ਹਾਊਸ ਬਣਵਾਉਣਾ ਹੈ। ਲੇਕਿਨ ਇਹ ਸਾਰੇ ਨੂੰ ਸਾਬੋਟੇਜ ਕਰਨ ਲਈ ਸੌਖਾ ਰਸਤਾ ਜਿਹੜਾ ਦਿੱਲੀ ਦੇ ਦਰਬਾਰ ਨੇ ਲੱਭਿਆ, ਉਹ ਕਹਿੰਦੇ ਆ ਕਿ ਇਹਨਾਂ ਨੂੰ ਕੰਟੀਨਿਊ ਕਰਾਓ। ਸਮੇਂ ਦੇ ਲਿਹਾਜ਼ ਨਾਲ ਅਮਰਿੰਦਰ ਜੀ, ਸਮਾਂ ਵੀ ਆਪਣੇ ਕੋਲੇ ਬਹੁਤਾ ਹੁਣ ਨਹੀਂ ਹੈਗਾ ਇਸ ਸਵਾਲ ਨੂੰ ਲੈਣ ਲਈ, ਪਰ ਅਹਿਮ ਸਵਾਲ ਹੈ ਕਿ ਐਸਜੀਪੀਸੀ ਦੀਆਂ ਜਨਰਲ ਇਲੈਕਸ਼ਨ ਹੁੰਦੀਆਂ, ਲੀਡਰਸ਼ਿਪ ਦਾ ਤਾਂ ਇੱਕ ਵੱਖਰਾ ਮਾਮਲਾ ਕੌਣ ਆਉਂਦਾ ਹੈ ਹੀ ਹੈ। ਅਗਰ ਇਲੈਕਸ਼ਨ ਨੇਪਰੇ ਚੜ੍ਹਦੇ ਆ ਤਾਂ ਇਹਦੇ ਨਾਲ ਲੱਗਦਾ ਕਿ ਐਸਜੀਪੀਸੀ ਦੇ ਜਿਹੜੇ ਪ੍ਰਬੰਧਾਂ 'ਚ ਕਈ ਤਰ੍ਹਾਂ ਦਾ ਨਿਗਾਰ ਆ, ਜਿੱਦਾਂ ਤੁਸੀਂ ਗੱਲ ਕਰਦੇ ਹੋ, ਉਹ ਨਿਗਾਰ ਰੋਕਣ 'ਚ ਵੀ, ਪ੍ਰਬੰਧ ਸੁਧਾਰਨ 'ਚ ਵੀ ਮਦਦ ਮਿਲ ਸਕਦੀ ਹੈ, ਕਿਉਂਕਿ ਨਵੀਂ ਲੀਡਰਸ਼ਿਪ ਆਏਗੀ, ਇੱਕ ਨਵਾਂ ਫਤਵਾ ਹੋਏਗਾ। ਦੇਖੋ ਸਿੱਧੂ ਸਾਹਿਬ, ਜਦੋਂ ਵੀ ਕੋਈ ਨਿਜ਼ਾਮ ਚੇਂਜ ਹੁੰਦਾ ਤੇ ਥੋੜ੍ਹਾ ਬਹੁਤਾ ਤਾਂ ਹਿਲਜੁਲ ਹੁੰਦੀ ਆ, ਰਿਫਾਰਮ ਤਾਂ ਆਉਂਦਾ ਹੀ ਆਉਂਦਾ। ਨਵੇਂ ਬੰਦੇ ਆਉਣਗੇ, ਨਵੀਂ ਹਵਾ ਆਏਗੀ, ਫਰੈਸ਼ ਏਅਰ, ਆਕਸੀਜਨ ਆਏਗੀ ਸੰਸਥਾ ਦੇ ਵਿੱਚ, ਤੇ ਬਿਲਕੁਲ ਸੁਧਾਰ ਹੋਏਗਾ। 100% ਸੁਧਾਰ ਨਾ ਹੋਵੇ, ਕੁਛ ਨਾ ਕੁਛ ਸੁਧਾਰ ਜ਼ਰੂਰ ਹੋਏਗਾ, ਤੇ ਇਹੀ ਸੁਧਾਰ ਉਹ ਦੇਖ ਕੇ ਬਰਦਾਸ਼ਤ ਨਹੀਂ ਕਰ ਪਾਉਂਦੇ ਕਿ ਇਹਨਾਂ ਦਾ ਸੁਧਾਰ ਹੋਵੇ। ਉਹ ਚਾਹੁੰਦੇ ਇਹ ਇੱਥੇ ਫਸਾ ਹੀ ਰਹੇ, ਇੱਦਾਂ ਹੀ ਚੱਲਦੀਆਂ ਰਹਿਣ। ਜੀ ਅਮਰਿੰਦਰ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਇਹ ਸੰਸਥਾ ਅਮਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਸਿੱਖ ਪੰਥ ਦੀ ਜਾਣੀ ਪਹਿਚਾਣੀ ਹਸਤੀ। ਇੱਕ ਵੱਡਾ ਸਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੁੰਦੀਆਂ, ਬਦਲੇਗੀ ਲੀਡਰਸ਼ਿਪ, ਪਰ ਕੀ ਜਿਹੜੇ ਸੱਤਾ 'ਚ ਬੈਠੀ ਧਿਰ, ਚਾਹੇ ਕੇਂਦਰ 'ਚ ਹੈ ਜਾਂ ਪੰਜਾਬ 'ਚ ਹੈ, ਉਹ ਸੱਤਾ ਤਬਦੀਲੀ ਨੂੰ ਪਸੰਦ ਕਰਦੇ ਆ? ਇਹ ਸਵਾਲ ਅਸੀਂ ਦਰਸ਼ਕਾਂ ਦੇ ਲਈ ਵੀ ਛੱਡ ਕੇ ਜਾ ਰਹੇ ਹਾਂ। ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਫਿਰ ਆਪਾਂ ਮੁੜ ਕੇ ਅਮਰਿੰਦਰ ਜੀ ਦੀ ਧੰਨਵਾਦੀ ਹਾਂ। ਇੰਜੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਅਗਲੇ ਹਫ਼ਤੇ ਆਪਾਂ ਕਰਾਂਗੇ ਫਿਰ ਮੁਲਾਕਾਤ। ਸਤਿ ਸ੍ਰੀ ਅਕਾਲ।